पंजाबी इंटरनेशनल स्टूडेंट्स जिन्हां दा भविख दाਅ ते लग्या होया है। ਡੀਪੋਟੇਸ਼ਨ ਦੀ ਕਗਾਰ ਤੇ ਇਹ ਵਿਦਿਆਰਥੀ ਆ ਚੁੱਕੇ ਨੇ। ਠੱਗ ਟਰੈਵਲ ਏਜੰਟ ਬ੍ਰਜੇਸ਼ ਮਿਸ਼ਰਾ ਫਰਜ਼ੀ ਐਡਮਿਸ਼ਨ ਲੈਟਰ ਇਹਨਾਂ ਨੂੰ ਇਸ਼ੂ ਕਰਦਾ ਹੈ। ਕੈਨੇਡਾ ਦੇ 1 ਜਾਂ 2 ਅਜਿਹੇ ਕਾਲਜਸ ਜਿਨ੍ਹਾਂ ਦੇ ਫੇਕ ਐਡਮਿਸ਼ਨ ਲੈਟਰਸ ਦੇ ਬੇਸ ਉੱਤੇ ਸਟੂਡੈਂਟ ਵੀਜ਼ਾ ਇਹਨਾਂ ਦੇ ਲੱਗਦੇ ਨੇ। ਸਟੂਡੈਂਟਸ ਨੇ ਪ੍ਰੋਟੈਸਟ ਕੀਤੇ ਨੇ। ontario ਦਾ ਉਹ ਪ੍ਰੋਵਿੰਸ ਹੈ ਜਿੱਥੇ ਕਿ ਜ਼ਿਆਦਾਤਰ ਸਟੂਡੈਂਟਸ ਦੇ ਇਹ ਪ੍ਰੋਟੈਸਟ ਕੇਂਦਰਿਤ ਰਹੇ ਨੇ, ਲੇਕਿਨ ਪ੍ਰਮੁੱਖ ਧਿਰਾਂ ਬੀਤੇ ਮਹੀਨੇ ਹੀ ਪਿਕਚਰ ਦੇ ਵਿੱਚ ਆਉਂਦੀਆਂ ਨੇ ਕਿ ਇਹਨਾਂ ਸਟੂਡੈਂਟਸ ਦੀ ਡੈਪੋਟੇਸ਼ਨ ਜਿਹੜੀ ਹੈ ਉਸ ਨੂੰ ਸਟੇ ਕੀਤਾ ਜਾਏ, ਉਸ ਨੂੰ ਰੋਕ ਦਿੱਤਾ ਜਾਏ। 2 ਲਾਈਨਾਂ ਦੀ ਜਿਹੜੀ ਟਵੀਟ ਹੈ ਜਿਸ ਵਿੱਚ ਤੁਸੀਂ ਬਹੁਤ ਹੀ ਹਲਕੇ ਅੰਦਾਜ਼ ਦੇ ਵਿੱਚ ਕਹਿਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ, ਤੁਸੀਂ ਸਟੂਡੈਂਟਸ ਦੀ ਡੀਪੋਟੇਸ਼ਨ ਨੂੰ ਸਟੇ ਕਰੋ ਕਿ ਨਾ ਸਿਰਫ ਇਹ ਜਿਹੜੀ ਡੀਪੋਟੇਸ਼ਨ ਉੱਤੇ ਰੋਕ ਲਾਈ ਜਾਏ ਬਲਕਿ ਇਹਨਾਂ ਸਟੂਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਇੱਕ ਪਾਥਵੇ ਕਰਕੇ ਕਲੀਅਰ ਕਰਕੇ ਦਿੱਤਾ ਜਾਏ ਤੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਏ, ਕਿਉਂਕਿ ਇਹ ਲੋਕ ਖੁਦ ਇੱਕ ਫਰਾਡ ਦੇ ਸ਼ਿਕਾਰ ਨੇ ਕਿ ਕੈਨੇਡਾ ਦੀ ਆਪਣੀ ਏਜੰਸੀਆਂ, ਉਹਨਾਂ ਦੇ ਆਪਣੇ ਅਦਾਰੇ ਕਿੱਥੇ ਫੇਲ ਹੋਏ। ਸਟੂਡੈਂਟਸ ਨੂੰ ਫੇਕ ਐਡਮਿਸ਼ਨ ਕਿਸੇ ਕਾਲਜ ਦੇ ਜਾਰੀ ਕੀਤੇ ਜਾਂਦੇ ਨੇ। ਇੱਕ ਗੱਲ ਇਹ ਵੀ ਉੱਠਦੀ ਪਈ ਹੈ ਕਿ ਜੇ ਇਹ ਸਟੂਡੈਂਟਸ ਦੋਸ਼ੀ ਨੇ ਤਾਂ ਫਿਰ ਕੈਨੇਡਾ ਦੀ IRCC ਦੇ ਉਹ ਅਧਿਕਾਰੀ ਜਿਨ੍ਹਾਂ ਨੇ ਉਹਨਾਂ ਵਕਤਾਂ ਦੇ ਵਿੱਚ ਇਹਨਾਂ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਦਿੱਤੇ ਉਸ ਫੇਕ ਐਡਮਿਸ਼ਨ ਦੇ ਬੇਸ ਉੱਤੇ, ਉਹ ਵੀ ਦੋਸ਼ੀ ਨੇ। CBSA ਦੇ ਅਧਿਕਾਰੀ, ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਉਹ ਅਧਿਕਾਰੀ ਵੀ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਦੀ ਐਂਟਰੀ ਕਰਵਾਈ। ਦ ਪੰਜਾਬੀ ਲਿੰਕ ਦੇ ਫੇਸਬੁੱਕ ਅਤੇ YouTube ਪਲੇਟਫਾਰਮ ਦੇ ਉੱਤੇ ਮੈਂ ਹਾਂ ਰਿਤੇਸ਼ ਲੱਖੀ ਤੇ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਤਕਰੀਬਨ 700 ਤੋਂ ਵੱਧ ਅਜਿਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਜਿਨ੍ਹਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ। ਡੀਪੋਟੇਸ਼ਨ ਦੀ ਕਗਾਰ ਤੇ ਇਹ ਵਿਦਿਆਰਥੀ ਆ ਚੁੱਕੇ ਨੇ। 2017 ਤੇ 2018 ਦੀਆਂ ਸਾਲਾਂ ਦੌਰਾਨ ਇਹ ਲੋਕ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਉੱਤੇ ਆਉਂਦੇ ਨੇ। ਜਲੰਧਰ ਦਾ ਇੱਕ ਠੱਗ ਟਰੈਵਲ ਏਜੰਟ ਬ੍ਰਜੇਸ਼ ਮਿਸ਼ਰਾ ਫਰਜ਼ੀ ਐਡਮਿਸ਼ਨ ਲੈਟਰ ਇਹਨਾਂ ਨੂੰ ਇਸ਼ੂ ਕਰਦਾ ਹੈ। ਕੈਨੇਡਾ ਦੇ 1 ਜਾਂ 2 ਅਜਿਹੇ ਕਾਲਜਸ ਜਿਨ੍ਹਾਂ ਦੇ ਫੇਕ ਐਡਮਿਸ਼ਨ ਲੈਟਰਸ ਦੇ ਬੇਸ ਉੱਤੇ ਸਟੂਡੈਂਟ ਵੀਜ਼ਾ ਇਹਨਾਂ ਦੇ ਲੱਗਦੇ ਨੇ। ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ ਕੋਈ ਸਪਸ਼ਟ ਅੰਕੜਾ ਨਹੀਂ ਹੈ ਬਲਕਿ ਇੱਕ ਮੋਟਾ ਅਨੁਮਾਨ 700 ਸਟੂਡੈਂਟ ਦਾ ਹੈ, ਲੇਕਿਨ ਕਿਸੇ ਨੂੰ ਨਹੀਂ ਪਤਾ ਕਿ ਇਹ 700 ਸਟੂਡੈਂਟ ਨੇ, 800 ਸਟੂਡੈਂਟ ਨੇ, 500 ਸਟੂਡੈਂਟ ਨੇ। ਇਸ ਬਾਰੇ ਕੈਨੇਡਾ ਦੀ ਸਰਕਾਰ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਦੇ ਪਾ ਰਹੀ ਤੇ ਜਿਹੜੇ ਮੈਂਬਰ ਪਾਰਲੀਮੈਂਟਸ ਇਸ ਮੁੱਦੇ ਨੂੰ ਇਸ ਵਕਤ ਪਰਸੂ ਕਰਦੇ ਪਏ ਨੇ ਉਹਨਾਂ ਕੋਲ ਵੀ ਕੋਈ ਸਪਸ਼ਟ ਅੰਕੜੇ ਨਹੀਂ ਹੈਗੇ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਮੈਂ ਇਸ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗਾ ਕਿਉਂਕਿ ਕਈ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ, ਜਿਹੜੀ ਕਿ ਇੱਥੋਂ ਦੀ ਪ੍ਰਮੁੱਖ ਵਿਰੋਧੀ ਪਾਰਟੀ ਹੈ, ਉਸ ਨੇ ਬੀਤੇ ਮਹੀਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਤੇ ਇਸ ਵਕਤ NDP ਇੱਕ ਹੋਰ ਵਿਰੋਧੀ ਧਿਰ ਇਸ ਮੁਹਿੰਮ ਦੇ ਵਿੱਚ ਜੁੜ ਚੁੱਕੀ ਹੈ। ਸੋ ਇਹਨਾਂ ਲੀਡਰਸ ਤੇ ਇਹਨਾਂ ਮੈਂਬਰ ਪਾਰਲੀਮੈਂਟਸ ਦੇ ਨਾਲ ਜੋ ਮੇਰੀ ਜਾਣਕਾਰੀ ਸੰਬੰਧੀ ਗੱਲਬਾਤ ਹੋਈ ਹੈ ਮੈਂ ਅੱਜ ਤੁਹਾਡੇ ਸਾਹਮਣੇ ਉਹ ਵੀ ਰੱਖਾਂਗਾ। ਇਸ ਵਕਤ ਦੀ ਤਾਜ਼ਾ ਸਥਿਤੀ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਡਿਪੋਰਟੇਸ਼ਨ ਦੇ ਟਲਣ ਦੇ ਕਿੰਨੇ ਕੁ ਅਸਾਰ ਹੈਗੇ ਨੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵੇਰਵਿਆਂ ਨੂੰ ਅੱਗੇ ਲਿਜਾਵਾਂ, ਤੁਹਾਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਪੰਜਾਬੀ ਲਿੰਕ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਜੇ ਤੁਸੀਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਹੈ, ਕਾਈਂਡਲੀ ਸਬਸਕ੍ਰਾਈਬ ਜ਼ਰੂਰ ਕਰ ਲਓ, ਫੋਲੋ ਜ਼ਰੂਰ ਕਰ ਲਓ, ਨੋਟੀਫਿਕੇਸ਼ਨਸ ਬੈਲ ਆਈਕਨ ਵਗੈਰਾ ਔਨ ਜ਼ਰੂਰ ਕਰ ਦਿਓ ਕਿਉਂਕਿ ਸਾਡੇ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਤਾਂ ਹੈਗੇ ਨੇ, ਲੇਕਿਨ ਇਨ ਟਰਮਸ ਆਫ ਸਬਸਕ੍ਰਿਪਸ਼ਨਸ਼ਿਪ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਫੋਲੋ ਨਹੀਂ ਕੀਤਾ ਹੋਇਆ। ਬਹੁਤ ਅਜਿਹੇ ਵੇਰਵੇ ਆਊਟ ਆਫ ਬਲੌਕ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਇਸ ਚੈਨਲ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਤੇ ਹਫ਼ਤਿਆਂ ਮਹੀਨਿਆਂ ਦੌਰਾਨ ਦੇਖਣ ਨੂੰ ਮਿਲਣਗੀਆਂ। ਸੋ ਕਾਈਂਡਲੀ ਸਬਸਕ੍ਰਾਈਬ ਐਂਡ ਫੋਲੋ। ਸੋ ਹੁਣ ਆਪਾਂ ਗੱਲ ਕਰਾਂਗੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਇਹਨਾਂ 700 ਪੰਜਾਬੀ ਵਿਦਿਆਰਥੀਆਂ ਦੇ ਬਾਰੇ। ਮੇਰੀ ਕੱਲ੍ਹ ਹੀ ਮੈਂਬਰ ਪਾਰਲੀਮੈਂਟ ਵੈਨਕੂਵਰ ਈਸਟ ਤੋਂ ਜੈਨੀ ਕੁਆਨ ਜੋ ਕਿ NDP ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਹਾਊਸ ਆਫ ਕਾਮਨਸ ਦੀ ਜਿਹੜੀ ਕਮੇਟੀ ਹੈ ਜਿਸ ਨੂੰ ਕਿ ਹਾਊਸ ਆਫ ਕਾਮਨਸ ਕਮੇਟੀ ਔਨ ਇਮੀਗ੍ਰੇਸ਼ਨ ਐਂਡ ਰੈਫਿਊਜੀ ਕਿਹਾ ਜਾਂਦਾ ਹੈ, ਉਹ ਸਾਹਮਣੇ ਇੱਕ ਮੋਸ਼ਨ ਲਿਆਂਦਾ ਹੈ। ਉਸ ਬਾਰੇ ਮੇਰੀ ਗੱਲਬਾਤ ਜੈਨੀ ਕੁਆਨ ਦੇ ਨਾਲ ਹੋਈ। ਜੈਨੀ ਕੁਆਨ ਇਸ ਮੁੱਦੇ ਨੂੰ ਪਿਛਲੇ ਕੁਝ ਹਫ਼ਤਿਆਂ ਤੋਂ ਐਗਰੈਸਿਵਲੀ ਟੇਕ ਅਪ ਕਰਦੇ ਪਏ ਨੇ। ਇਹ ਜਗਮੀਤ ਸਿੰਘ ਦੀ ਪਾਰਟੀ NDP ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਲੇਕਿਨ ਇਸ ਤੋਂ ਪਹਿਲਾਂ ਮੈਂ ਕੰਜ਼ਰਵੇਟਿਵ ਪਾਰਟੀ ਜੋ ਕਿ ਪੀਅਰ ਪੋਲੀਏਵ ਦੀ ਪਾਰਟੀ ਹੈ, ਪ੍ਰਮੁੱਖ ਵਿਰੋਧੀ ਧਿਰ ਹੈ, ਆਪੋਜੀਸ਼ਨ ਹੈ, ਉਸਨੇ 24 ਤੇ 25 ਮਈ 2022 ਯਾਨੀ ਕਿ ਪਿਛਲੇ ਮਹੀਨੇ ਇਸ ਮੁੱਦੇ ਨੂੰ ਮੁਖਰਤਾ ਦੇ ਨਾਲ ਚੁੱਕਿਆ। ਹੁਣ ਇੱਥੇ ਹੈਰਾਨੀ ਦੀ ਗੱਲ ਇਹ ਸੀ ਕਿ ਕੈਨੇਡਾ ਦੀਆਂ ਮੁੱਖ ਧਾਰਾ ਦੀਆਂ ਜਿਹੜੀ ਸਿਆਸੀ ਜਮਾਤਾਂ ਧਿਰਾਂ ਹੈਗੀਆਂ ਨੇ, ਬੀਤੇ 3 ਜਾਂ 4 ਮਹੀਨੇ ਤੋਂ ਇਹ ਮੁੱਦਾ ਸੁਰਖੀਆਂ ਦੇ ਵਿੱਚ, ਚਰਚਾਵਾਂ ਦੇ ਵਿੱਚ ਰਿਹਾ ਹੈ। ਸਟੂਡੈਂਟਸ ਨੇ ਪ੍ਰੋਟੈਸਟ ਕੀਤੇ ਨੇ। ontario ਦਾ ਉਹ ਪ੍ਰੋਵਿੰਸ ਹੈ ਜਿੱਥੇ ਕਿ ਜ਼ਿਆਦਾਤਰ ਸਟੂਡੈਂਟਸ ਦੇ ਇਹ ਪ੍ਰੋਟੈਸਟ ਕੇਂਦਰਿਤ ਰਹੇ ਨੇ, ਲੇਕਿਨ ਪ੍ਰਮੁੱਖ ਧਿਰਾਂ ਬੀਤੇ ਮਹੀਨੇ ਹੀ ਪਿਕਚਰ ਦੇ ਵਿੱਚ ਆਉਂਦੀਆਂ ਨੇ। 24 ਮਈ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਇਸੇ ਹਾਊਸ ਆਫ ਕਾਮਨਸ ਦੀ ਇਮੀਗ੍ਰੇਸ਼ਨ ਐਂਡ ਰੈਫਿਊਜੀਜ਼ ਸੰਬੰਧੀ ਜਿਹੜੀ ਕਮੇਟੀ, ਉਸ ਦੇ ਚੇਅਰਮੈਨ ਨੂੰ 4 ਜਿਹੜੇ ਮੈਂਬਰ ਪਾਰਲੀਮੈਂਟ ਕੰਜ਼ਰਵੇਟਿਵ ਪਾਰਟੀ ਦੇ, ਉਹਨਾਂ ਨੇ ਕਿਹਾ ਕਿ ਇਹਨਾਂ ਸਟੂਡੈਂਟਸ ਦੀ ਡੈਪੋਟੇਸ਼ਨ
ਜਿਹੜੀ ਹੈ ਉਸ ਨੂੰ ਸਟੇ ਕੀਤਾ ਜਾਏ, ਉਸ ਨੂੰ ਰੋਕ ਦਿੱਤਾ ਜਾਏ। ਸੋ ਇਸ ਚਿੱਠੀ ਨੂੰ ਲਿਖਣ ਦੇ ਨਾਲ ਹੀ ਇਹ ਜਿਹੜੇ ਮੈਂਬਰ ਪਾਰਲੀਮੈਂਟਸ ਇਹ ਵੀ ਮੰਗ ਕਰਦੇ ਨੇ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਈ ਜਾਏ, ਕਿਉਂਕਿ ਅਜੇ ਤੱਕ ਕੈਨੇਡਾ ਦੀ ਸਰਕਾਰ ਤੇ ਇਮੀਗ੍ਰੇਸ਼ਨ ਐਂਡ ਰੈਫਿਊਜੀਜ਼ ਮੰਤਰਾਲਾ ਇਹਨਾਂ ਸਟੂਡੈਂਟਸ ਨੂੰ ਇੱਕ ਫਰਾਡ ਦੱਸ ਰਿਹਾ ਸੀ, ਇਹਨਾਂ ਨੂੰ ਖੁਦ ਫਰਾਡ ਵੀ ਦੱਸ ਰਿਹਾ ਸੀ ਤੇ ਵਿਕਟਮ ਆਫ ਇੱਕ ਫਰਾਡੂਲੈਂਟ ਐਕਟੀਵਿਟੀ ਦੱਸ ਕੇ ਇਹਨਾਂ ਦੀ ਡਿਪੋਰਟੇਸ਼ਨ ਜਿਹੜੀ ਹੈ ਉਸ ਦੇ ਆਰਡਰ ਦਿੱਤੇ ਜਾਣੇ ਸ਼ੁਰੂ ਕਰਤੇ ਗਏ ਸੀ ਅਲੱਗ-ਅਲੱਗ ਕੇਸਾਂ ਦੇ ਵਿੱਚ। ਕੋਈ ਐਨਮਾਸ ਇਕੱਠੇ ਆਰਡਰ ਨਹੀਂ ਜਾਰੀ ਕੀਤੇ ਗਏ। ਅੱਜ ਮੈਂ ਰਿਪੋਰਟ ਦੇ ਅਗਲੇ ਹਿੱਸੇ ਵਿੱਚ ਜ਼ਰੂਰ ਦੱਸਾਂਗਾ ਕਿ ਕਿੰਨੀ ਕੁ ਡਿਪੋਰਟੇਸ਼ਨ ਕੇਸਿਸ ਹੈਗੇ ਨੇ ਤੇ ਉਹਨਾਂ ਦੀ ਕੀ ਜਾਣਕਾਰੀ ਮੈਂਬਰ ਪਾਰਲੀਮੈਂਟ ਨੂੰ ਹਾਸਲ ਹੋਈ ਹੈ IRCC ਦੇ ਮਹਿਕਮੇ ਤੋਂ। ਲੇਕਿਨ 24 ਤੇ 25 ਮਈ ਨੂੰ ਇਹ ਪੂਰੀ ਦੀ ਪੂਰੀ ਸਿਆਸੀ ਲਾਮਬੰਦੀ ਸ਼ੁਰੂ ਹੋਈ। ਮੈਂਬਰ ਪਾਰਲੀਮੈਂਟਸ ਨੇ ਚਿੱਠੀ ਲਿਖੀ IRCC ਕਮੇਟੀ ਨੂੰ ਤੇ ਉਸ ਤੋਂ ਕੁਝ ਹੀ ਘੰਟਿਆਂ ਬਾਅਦ IRCC ਮਿਨਿਸਟਰ ਸ਼ੌਨ ਫਰੇਜ਼ਰ ਨੇ ਇੱਕ ਟਵੀਟ ਕੀਤਾ ਤੇ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਇੱਕ ਔਨਗੋਇੰਗ ਇਨਵੈਸਟੀਗੇਸ਼ਨ ਜਾਰੀ ਹੈ। ਇਸੇ ਚੀਜ਼ ਦੀ ਮੰਗ ਇਸ ਚੇਅਰਮੈਨ ਕਮੇਟੀ ਦੇ ਸਪੈਸ਼ਲ ਕਮੇਟੀ ਜਿਹੜੀ ਹੈਗੀ ਹੈ ਹਾਊਸ ਆਫ ਕਾਮਨਸ ਦੀ, ਉਹਦੇ ਸਾਹਮਣੇ ਵਿਰੋਧੀ ਧਿਰ ਦੇ ਸਾਂਸਦਾਂ ਵੱਲੋਂ ਵੀ ਕੀਤੀ ਗਈ ਸੀ। ਲੇਕਿਨ ਚਿੱਠੀ ਦਾ ਅਸਰ ਇੰਨਾ ਕੁ ਹੋਇਆ ਕਿ IRCC ਮਿਨਿਸਟਰੀ ਨੂੰ ਪਹਿਲੀ ਵਾਰ ਇਹ ਕਹਿਣਾ ਪਿਆ ਕਿ ਅਸੀਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਦੇ ਲਗਾਤਾਰ ਕਈ ਮਹੀਨਿਆਂ ਦੌਰਾਨ ਤਾਂ ਇਸ ਵਿਸ਼ੇ ਦੇ ਉੱਤੇ ਇਸ ਦੀ ਕੋਈ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਕੀਤੀ ਜਾ ਰਹੀ ਸੀ। ਸਿਰਫ ਸਟੂਡੈਂਟਸ ਨੂੰ ਹੀ ਕਟਹਿਰੇ ਦੇ ਵਿੱਚ ਖੜਾ ਕਰਕੇ ਉਹਨਾਂ ਦੇ ਡਿਪੋਰਟੇਸ਼ਨਸ ਦੇ ਜਿਹੜੇ ਫੈਸਲੇ ਸੁਣਾਏ ਜਾ ਰਹੇ ਸੀ। ਸੋ ਇਹ ਪੂਰੀ ਗੱਲਬਾਤ ਘਟਨਾਕ੍ਰਮ ਜਿਹੜਾ ਹੈਗਾ ਉਹ 24 ਤੇ ਮਈ ਦਾ ਹੁੰਦਾ ਹੈ। 25 ਮਈ ਨੂੰ ਇਸ ਸ਼ੌਨ ਫਰੇਜ਼ਰ ਦੇ ਆਏ ਟਵੀਟ ਤੋਂ ਬਾਅਦ ਇੱਕ ਹੋਰ ਚਿੱਠੀ ਕੰਜ਼ਰਵੇਟਿਵ MPs ਲਿਖਦੇ ਨੇ, ਜਿਸ ਵਿੱਚ ਕਹਿੰਦੇ ਨੇ ਕਿ ਨਾਕਾਫੀ ਹੈ ਤੁਹਾਡੀ 2 ਲਾਈਨਾਂ ਦੀ ਜਿਹੜੀ ਟਵੀਟ ਹੈ, ਜਿਸ ਵਿੱਚ ਤੁਸੀਂ ਬਹੁਤ ਹੀ ਹਲਕੇ ਅੰਦਾਜ਼ ਦੇ ਵਿੱਚ ਕਹਿਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ, ਤੁਸੀਂ ਸਟੂਡੈਂਟਸ ਦੀ ਡਿਪੋਰਟੇਸ਼ਨ ਨੂੰ ਸਟੇ ਕਰੋ। ਇਹ ਘਟਨਾ ਚੱਕਰ ਅੱਗੇ ਤੁਰਦਾ ਹੈ। ਇਸੇ ਦੌਰਾਨ NDP ਜਿਹੜੀ ਇੱਕ ਦੂਸਰੀ ਪ੍ਰਮੁੱਖ ਸਿਆਸੀ ਧਿਰ ਹੈ, ਵਿਰੋਧੀ ਧਿਰ ਹੈ, ਲੇਕਿਨ ਉਸ ਦੇ ਸਮਰਥਨ ਦੇ ਨਾਲ ਹੀ ਲਿਬਰਲ ਸਰਕਾਰ, ਜਸਟਿਨ ਟਰੂਡੋ ਦੀ ਸਰਕਾਰ ਇਸ ਵਕਤ ਕੈਨੇਡਾ ਦੇ ਵਿੱਚ ਚੱਲਦੀ ਪਈ ਹੈ। ਉਸ ਦੇ ਮੈਂਬਰ ਪਾਰਲੀਮੈਂਟਸ ਵੀ ਤਦ ਤੱਕ ਉਸ ਤੋਂ ਪਹਿਲਾਂ ਹਰਕਤ ਵਿੱਚ ਆ ਚੁੱਕੇ ਹੁੰਦੇ ਨੇ। ਵੈਨਕੂਵਰ ਈਸਟ ਤੋਂ ਇੱਕ ਵਿਸ਼ੇਸ਼ ਜਿਹੜੇ ਮੈਂਬਰ ਪਾਰਲੀਮੈਂਟ ਜੈਨੀ ਕੁਆਨ ਹੈਗੇ ਨੇ, ਉਹਨਾਂ ਵੱਲੋਂ ਇਸ ਸੰਬੰਧੀ ਚਿੱਠੀਆਂ ਲਿਖੀਆਂ ਗਈਆਂ। ਰਾਬਤਾ ਜਿਹੜਾ ਹੈ IRCC ਮਿਨਿਸਟਰੀ ਦੇ ਨਾਲ ਕਾਇਮ ਕੀਤਾ ਗਿਆ। ਮੇਰੀ ਕੱਲ ਜੈਨੀ ਕੁਆਨ ਦੇ ਨਾਲ, ਜਿਨ੍ਹਾਂ ਨੇ ਹਾਊਸ ਆਫ ਕਾਮਨਸ ਦੀ ਕਮੇਟੀ ਦੇ ਸਾਹਮਣੇ ਮੋਸ਼ਨ ਲਿਆਇਆ, ਉਹਨਾਂ ਦੇ ਨਾਲ ਗੱਲਬਾਤ ਹੋਈ। ਸੋ 2 ਮੋਸ਼ਨ ਆ ਚੁੱਕੇ ਨੇ। ਇੱਕ ਤਾਂ ਕੰਜ਼ਰਵੇਟਿਵ MPs ਜੋ ਕਿ ਮੰਗ ਕਰ ਰਹੇ ਨੇ ਕਿ ਡਿਪੋਰਟੇਸ਼ਨ ਨੂੰ ਸਟੇ ਕੀਤਾ ਜਾਏ ਜਦ ਤੱਕ ਇਸ ਮਾਮਲੇ ਵਿੱਚ ਅੱਗੇ ਕੋਈ ਹੱਲ ਨਾ ਨਿਕਲੇ। ਲੇਕਿਨ ਜੈਨੀ ਕੁਆਨ ਮੈਂਬਰ ਪਾਰਲੀਮੈਂਟ ਨੇ ਜਿਹੜਾ ਮੋਸ਼ਨ ਲਿਆਂਦਾ ਹੈ ਉਸ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਨਾ ਸਿਰਫ ਇਹ ਜਿਹੜੀ ਡਿਪੋਰਟੇਸ਼ਨ ਉੱਤੇ ਰੋਕ ਲਾਈ ਜਾਏ, ਬਲਕਿ ਇਹਨਾਂ ਸਟੂਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਇੱਕ ਪਾਥਵੇ ਕਰਕੇ ਕਲੀਅਰ ਕਰਕੇ ਦਿੱਤਾ ਜਾਏ ਤੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਏ, ਕਿਉਂਕਿ ਇਹ ਲੋਕ ਖੁਦ ਇੱਕ ਫਰਾਡ ਦੇ ਸ਼ਿਕਾਰ ਨੇ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਇਹਨਾਂ ਨੇ ਇੱਥੋਂ ਦੇ ਸਟੂਡੈਂਟਸ ਹੁੰਦਿਆਂ ਹੋਇਆਂ ਨਾ ਸਿਰਫ ਇਹਨਾਂ ਕਾਲਜਾਂ ਦੀਆਂ ਫੀਸਾਂ ਦਿੱਤੀਆਂ, ਉੱਥੋਂ ਆਪਣੇ ਡਿਗਰੀ ਡਿਪਲੋਮੇ ਪੂਰੇ ਕੀਤੇ, ਬਲਕਿ ਵਰਕ ਪਰਮਿਟ ਜੋ ਕਿ ਇਹਨਾਂ ਨੂੰ ਗ੍ਰਾਂਟ ਕੀਤੇ ਗਏ ਉਹਨਾਂ ਦੇ ਉੱਤੇ ਕੰਮ ਵੀ ਕੀਤਾ ਤੇ ਬਾਅਦ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕਰਨ ਸਮੇਂ ਇਹਨਾਂ ਦੇ ਉਹ ਫੇਕ ਐਡਮਿਸ਼ਨ ਲੈਟਰ ਸੰਬੰਧੀ ਜਿਹੜੇ ਖੁਲਾਸੇ ਹੋਏ, ਜਿਸ ਤੋਂ ਬਾਅਦ ਕਿ ਹੁਣ ਇਹਨਾਂ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਡਿਪੋਰਟੇਸ਼ਨ ਅਣਮਨੁੱਖੀ ਹੈ, ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਜਸਟਿਸ ਨਹੀਂ ਕਿਹਾ ਜਾ ਸਕਦਾ। ਮੈਂ ਜੈਨੀ ਕੁਆਨ ਤੋਂ ਸਵਾਲ ਪੁੱਛਿਆ ਕਿ ਕਿੰਨੀਆਂ ਡਿਪੋਰਟੇਸ਼ਨਸ ਹੋ ਰਹੀਆਂ ਨੇ, ਕਿਉਂਕਿ ਤੁਸੀਂ ਇਸ ਮਾਮਲੇ ਦੇ ਵਿੱਚ ਚੇਅਰਮੈਨ ਹਾਊਸ ਆਫ ਕਾਮਨ ਕਮੇਟੀ ਦੇ ਸਾਹਮਣੇ ਮੁੱਦਾ ਚੁੱਕਿਆ ਹੈ, ਤੁਸੀਂ ਇਸ ਵਿਸ਼ੇ ਨੂੰ ਜਿਹੜੇ ਸ਼ੌਨ ਫਰੇਜ਼ਰ IRCC ਮਿਨਿਸਟਰੀ ਦੇ ਨਾਲ ਚੁੱਕਿਆ ਹੈ ਤੇ ਸਭ ਤੋਂ ਜਿਹੜੀ ਅਹਿਮ ਗੱਲ ਉਹਨਾਂ ਨੇ ਮੈਨੂੰ ਦੱਸੀ ਸੀ, ਇਸ ਮੁੱਦੇ ਨੂੰ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਜਿਹੜੇ ਕੈਨੇਡਾ ਦੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੋਚੀਨੋ ਹੈਗੇ ਨੇ ਉਹਨਾਂ ਦੇ ਨਾਲ ਵੀ ਚੁੱਕਿਆ ਹੈ, ਕਿਉਂਕਿ MP ਜੈਨੀ ਕੁਆਨ ਦੇ ਮੁਤਾਬਕ ਇਹ ਮੁੱਦਾ ਪਬਲਿਕ ਸੇਫਟੀ ਮੰਤਰੀ ਦੇ ਅਧਿਕਾਰ ਖੇਤਰ ਦਾ ਮੁੱਦਾ ਹੈ। ਜੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਚਾਹਣ ਤਾਂ ਇਹਨਾਂ ਸਟੂਡੈਂਟਸ ਦੀ ਡਿਪੋਰਟੇਸ਼ਨ ਨੂੰ ਰੋਕ ਸਕਦੇ ਨੇ। ਉਹਨਾਂ ਤੋਂ ਇਲਾਵਾ ਫੈਡਰਲ ਕੋਰਟ, ਕੈਨੇਡਾ ਦੀ ਕੋਈ ਵੀ ਫੈਡਰਲ ਜਿਹੜੀ ਅਦਾਲਤ ਹੈ, ਉਹ ਇਹਨਾਂ ਦੀ ਡਿਪੋਰਟੇਸ਼ਨਸ ਨੂੰ ਰੋਕ ਸਕਦੀ ਹੈ। ਸੋ ਸਰਕਾਰ ਦੇ ਹੱਥ ਵਿੱਚ, ਉਸਦੇ ਪਬਲਿਕ ਸੇਫਟੀ ਮਿਨਿਸਟਰ ਦੇ ਹੱਥ ਵਿੱਚ ਇਹ ਫੈਸਲਾ ਹੈ। ਜੈਨੀ ਕੁਆਨ ਨੇ ਇਹ ਜਾਣਕਾਰੀ ਦਿੱਤੀ ਕਿ ਜੋ ਵੇਰਵਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਉਸ ਵੇਰਵੇ ਮੁਤਾਬਕ ਸਰਕਾਰ ਦਾ ਦਾਅਵਾ ਇਹ ਹੈ ਕਿ 80 ਦੇ ਕਰੀਬ ਸਟੂਡੈਂਟਸ ਦੀ ਡਿਪੋਰਟੇਸ਼ਨ ਆਰਡਰ ਕੀਤੀ ਗਈ ਹੈ। ਇਹ ਉਹੀ ਸਟੂਡੈਂਟ ਹੈਗੇ ਨੇ ਜੋ ਕਿ ਜਲੰਧਰ ਦੇ ਇੱਕ ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ। ਲੇਕਿਨ MP ਜੈਨੀ ਕੁਆਨ ਤੇ ਉਹਨਾਂ ਦੇ ਜ਼ਰੀਏ ਕੁਝ ਐਡਵੋਕੇਸੀ ਗਰੁੱਪਸ ਜੋ ਕਿ ਇਹਨਾਂ ਸਟੂਡੈਂਟਸ ਦੀ ਇਮਦਾਦ ਕਰਦੇ ਪਏ ਨੇ, ਇਹਨਾਂ ਸਟੂਡੈਂਟਸ ਵੱਲੋਂ ਪੱਕਾ ਜਿਹੜਾ ਧਰਨਾ ਓਨਟਾਰੀਓ ਵਿਖੇ ਲਾਇਆ ਗਿਆ ਹੈ, ਉਹਨਾਂ ਵੱਲੋਂ ਜਿਹੜੀ ਜਾਣਕਾਰੀ MP ਨੂੰ ਹਾਸਲ ਹੋਈ ਹੈ ਉਸ ਵਿੱਚ 150 ਡਿਪੋਰਟੇਸ਼ਨ ਦੇ ਕੇਸਿਸ ਉਹਨਾਂ ਕੋਲ ਹੈਗੇ ਨੇ। ਸੋ 700 ਦਾ ਜਿਹੜਾ ਇੱਕ ਅੰਕੜਾ ਹੈ ਉਹ ਕੋਈ ਸਪਸ਼ਟ ਅੰਕੜਾ ਨਹੀਂ ਹੈ, ਸਟੂਡੈਂਟਸ ਦੀ ਗਿਣਤੀ ਉਸ ਤੋਂ ਵੱਧ ਵੀ ਹੋ ਸਕਦੀ ਹੈ। ਵੱਡਾ ਜਿਹੜਾ ਸਵਾਲ ਇਸ ਵਕਤ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰਾਂ ਦੇ ਇਸ ਅਖਾੜੇ ਦੇ ਵਿੱਚ ਕੁੱਦਣ ਦਾ ਕਾਰਨ ਹੈ, ਉਹ ਇਹ ਹੈ ਕਿ ਕੈਨੇਡਾ ਦੀ ਆਪਣੀ ਏਜੰਸੀਆਂ, ਉਹਨਾਂ ਦੇ ਆਪਣੇ ਅਦਾਰੇ ਕਿੱਥੇ ਫੇਲ ਹੋਏ।
ਸਟੂਡੈਂਟਸ ਨੂੰ ਫੇਕ ਐਡਮਿਸ਼ਨ ਕਿਸੇ ਕਾਲਜ ਦੇ ਜਾਰੀ ਕੀਤੇ ਜਾਂਦੇ ਨੇ, ਲੇਕਿਨ ਉਹਨਾਂ ਫੇਕ ਐਡਮਿਸ਼ਨਸ ਦੇ ਬੇਸ ਉੱਤੇ ਜ਼ਿਆਦਾਤਰ ਇਹਨਾਂ ਸਟੂਡੈਂਟਸ ਨੂੰ ਇਸ ਚੀਜ਼ ਦਾ ਇਲਮ ਕਿਸੇ ਵੀ ਹੱਦ ਤੱਕ ਕਿਸੇ ਵੀ ਸਤਰ ਉੱਤੇ ਨਹੀਂ ਹੋ ਪਾਇਆ ਕਿ ਇਹਨਾਂ ਦੇ ਨਾਲ ਠੱਗੀ ਹੋਈ ਹੈ। ਇਹ ਲੋਕਾਂ ਦੀ ਐਡਮਿਸ਼ਨ ਲੈਟਰ ਫੇਕ ਨੇ। ਇਸ ਚੀਜ਼ ਦੀ ਜਾਣਕਾਰੀ ਇਹਨਾਂ ਨੂੰ ਇਸ ਸਾਲ ਜਾਂ ਪਿਛਲੇ ਸਾਲ ਆ ਕੇ ਉਸ ਵਕਤ ਮਿਲੀ ਜਦੋਂ ਕਿ ਇਹਨਾਂ ਨੂੰ CBSE ਨੇ ਸੱਦਿਆ, ਜਦੋਂ ਕਿ ਇਹਨਾਂ ਨੇ ਪਰਮਾਨੈਂਟ ਰੈਜ਼ੀਡੈਂਸੀ ਲਈ ਆਪਣੀ ਅਰਜ਼ੀਆਂ ਐਪਲੀਕੇਸ਼ਨਾਂ ਲਾਈਆਂ। ਇਹਨਾਂ ਦੇ ਉਹ ਫੇਕ ਐਡਮਿਸ਼ਨ ਲੈਟਰ ਨੂੰ ਆਧਾਰ ਬਣਾ ਕੇ CBSE ਨੇ ਇਹਨਾਂ ਨੂੰ ਸੰਮਨ ਜਾਰੀ ਕੀਤੇ, ਸੱਦਿਆ ਗਿਆ, ਜਿਸ ਤੋਂ ਬਾਅਦ ਕਿ ਇਹਨਾਂ ਨੂੰ ਇਨਫੋਰਮ ਕੀਤਾ ਗਿਆ ਕਿ ਤੁਹਾਨੂੰ ਡਿਪੋਰਟ ਕੀਤਾ ਜਾਂਦਾ ਹੈ ਤੇ ਤੁਹਾਨੂੰ ਇੱਕ ਫਲਾਈਟ ਦੇ ਜ਼ਰੀਏ ਭਾਰਤ ਲਈ ਰਵਾਨਾ ਕੀਤਾ ਜਾਏਗਾ। ਉਸ ਤੋਂ ਬਾਅਦ ਇਹਨਾਂ ਸਟੂਡੈਂਟਸ ਵਿੱਚੋਂ ਕਈਆਂ ਨੇ ਆਪਣੇ ਕੇਸ ਲੜੇ। ਕੇਸਾਂ ਦੇ ਵਿੱਚ ਇਹ ਲੋਕ ਹਾਰੇ, ਹੇਠਲੀਆਂ ਅਦਾਲਤਾਂ ਦੇ ਵਿੱਚ ਹਾਰੇ, ਉਤਲੀਆਂ ਅਦਾਲਤਾਂ ਦੇ ਵਿੱਚ ਵੀ ਕੋਈ ਜ਼ਿਆਦਾ ਰਿਲੀਫ ਨਹੀਂ ਮਿਲ ਪਾਇਆ, ਕਿਉਂਕਿ ਮੁੱਢਲੇ ਤੌਰ ਤੇ ਐਸੈਂਸ਼ੀਅਲੀ ਇੱਕ ਅਜਿਹਾ ਫਰਾਡ ਦਾ ਕੇਸ ਸੀ ਜਿਸ ਵਿੱਚ ਕਿ ਸਟੂਡੈਂਟਸ ਦੀ ਡਿਫੈਂਸ ਕੋਈ ਜ਼ਿਆਦਾ ਬਣਦੀ ਨਹੀਂ ਸੀ। ਲੇਕਿਨ ਹਿਊਮੈਨਿਟੇਰੀਅਨ ਜਾਂ ਮਨੁੱਖੀ ਗਰਾਊਂਡਸ ਦੇ ਉੱਤੇ ਇਹ ਸਟੂਡੈਂਟਸ ਜਿਹੜੀ ਠੱਗੀ ਦਾ ਸ਼ਿਕਾਰ ਹੋਏ ਨੇ, ਉਹ ਸਿਰਫ ਇੱਕ ਠੱਗੀ ਨਹੀਂ ਬਲਕਿ ਇੱਕ ਵੈਲ ਆਇਲਡ ਮਾਫੀਆ ਸੀ, ਜੋ ਕਿ ਕਿਹੜੇ ਆਫਿਸਸ ਜਾਂ ਕਿਹੜੇ ਅਦਾਰਿਆਂ ਦੀ ਮਦਦ ਦੇ ਨਾਲ ਚੱਲਦਾ ਪਿਆ ਸੀ। ਉਸ ਦੇ ਵਿੱਚ ਵੱਡੀ ਭੂਮਿਕਾ ਕੀ ਕੋਈ ਮਿਲੀ ਭੁਗਤ ਹੋ ਸਕਦੀ ਹੈ, ਕੋਈ ਐਡਾ ਵੱਡਾ ਸਕੈਂਡਲ ਇਹ ਰਿਹਾ ਹੋ ਸਕਦਾ ਹੈ ਜੋ ਕਿ 2017 ਤੇ 18 ਦੇ ਵਿੱਚ ਕੈਨੇਡੀਅਨ ਅਥਾਰਟੀਜ਼ ਨੂੰ ਵੀ ਗੱਚਾ ਦੇ ਕੇ, ਧੋਖਾ ਦੇ ਕੇ ਇਹਨਾਂ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਦੇ ਉੱਤੇ ਇਸ ਮੁਲਕ ਦੇ ਵਿੱਚ ਲਿਆਉਣ ਵਿੱਚ ਕਾਮਯਾਬ ਰਿਹਾ। ਇੱਥੇ ਇੱਕ ਬਹੁਤ ਵੱਡਾ ਸਵਾਲ ਜਿਹੜਾ ਹਮੇਸ਼ਾ ਤੋਂ ਹੀ ਖੜਾ ਰਿਹਾ ਹੈ ਤੇ ਅੱਜ ਕੈਨੇਡਾ ਦੀਆਂ ਮੁੱਖ ਵਿਰੋਧੀ ਧਿਰਾਂ ਇਸ ਸਵਾਲ ਨੂੰ ਚੁੱਕ ਰਹੀਆਂ ਨੇ, ਉਹ ਇਹ ਹੈ ਕਿ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਉੱਤੇ ਇੱਥੇ ਲਿਆ ਕੇ ਉਹਨਾਂ ਤੋਂ ਮੋਟੀਆਂ ਫੀਸਾਂ ਦੀ ਵਸੂਲੀ ਕਰਕੇ ਉਹਨਾਂ ਤੋਂ ਕਈ ਸਾਲ ਉਹਨਾਂ ਦੀ ਪੀਕ ਯੂਥ ਦੇ, ਜਵਾਨੀ ਦੇ ਇਸ ਮੁਲਕ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਣ ਦਾ ਪੂਰਾ ਬੈਨੀਫਿਟ ਲੈਣ ਤੋਂ ਬਾਅਦ ਹੁਣ ਉਹਨਾਂ ਨੂੰ ਡੀਪੋਰਟੇਸ਼ਨ ਜਾਂ ਡੀਪੋਰਟ ਕਰਨ ਦਾ ਮਕਸਦ ਕੀ ਹੈ। ਇੱਕ ਸਟੂਡੈਂਟ ਹੈ ਕਰਮਜੀਤ ਕੌਰ, ਜਿਸ ਨੇ ਆਪਣੀ ਡੀਪੋਰਟੇਸ਼ਨ ਨੂੰ ਰੁਕਵਾਉਣ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ, ਲੇਕਿਨ ਇਸ ਲੜਕੀ ਨੂੰ ਵੀ ਸਹਾਰਾ ਲੈਣਾ ਪਿਆ। ਇਸ ਲੜਕੀ ਨੂੰ ਵੀ ਉਸ ਤਰਕ ਦਾ, ਉਸ ਦਲੀਲ ਦਾ, ਇੱਕ ਅਜਿਹੇ ਸੰਭਾਵਿਤ ਖਤਰੇ ਦਾ ਸਹਾਰਾ ਲੈਣਾ ਪਿਆ ਕਿ ਇਸ ਨੂੰ ਵਾਪਸ ਭਾਰਤ ਪਰਤ ਕੇ ਪੰਜਾਬ ਜਾ ਕੇ ਉਸ ਟਰੈਵਲ ਏਜੰਟ ਵੱਲੋਂ ਸ਼ਿਕਾਰ ਬਣਾਇਆ ਜਾਏਗਾ, ਇੱਕ ਐਸਿਡ ਅਟੈਕ ਇਸ ਉੱਤੇ ਕਰਾਇਆ ਜਾਏਗਾ। ਇਸ ਤਰੀਕੇ ਦੀ ਪਲੀਵ ਲੈ ਕੇ, ਇਸ ਤਰੀਕੇ ਦਾ ਬੇਸ ਬਣਾ ਕੇ ਇਹਨਾਂ ਸਟੂਡੈਂਟਸ ਨੂੰ ਆਪਣੀ ਡੀਪੋਰਟੇਸ਼ਨ ਨੂੰ ਰੋਕਣਾ ਪੈ ਰਿਹਾ ਹੈ। ਲੇਕਿਨ ਇਸ ਪੂਰੀ ਦੀ ਪੂਰੀ ਕਵਾਇਦ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲਦੀ ਪਈ ਹੈ, ਜਿਸ ਵਿੱਚ ਇਹਨਾਂ ਸਟੂਡੈਂਟਸ ਨੂੰ ਜ਼ਿਆਦਾ ਸਹਿਯੋਗ ਇੱਥੋਂ ਦੀ ਮੁੱਖ ਸਿਆਸੀ ਧਿਰਾਂ ਦਾ ਨਹੀਂ ਮਿਲ ਪਾਇਆ ਹੈ, ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਉਹ ਮਦਦ ਇਹਨਾਂ ਨੂੰ ਮਿਲਣੀ ਸ਼ੁਰੂ ਹੋ ਚੁੱਕੀ ਹੈ। ਹੁਣ ਮੇਨ ਸਟ੍ਰੀਮ ਕੈਨੇਡਾ ਦੀ ਪੋਲੀਟੀਕਲ ਪਾਰਟੀਜ਼, ਕੰਜ਼ਰਵੇਟਿਵ ਅਤੇ NDP ਪਾਰਟੀ ਵੱਲੋਂ, ਉਹਨਾਂ ਦੇ ਸਾਂਸਦਾਂ ਵੱਲੋਂ ਇਹਨਾਂ ਸਟੂਡੈਂਟਸ ਦੀ ਹਿਮਾਇਤ ਤੇ ਹੱਕ ਦੇ ਵਿੱਚ ਖੜੇ ਹੋ ਕੇ ਇਹਨਾਂ ਦੇ ਨਾਲ ਨਾ ਸਿਰਫ ਸੋਲੀਡੈਰਿਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ, ਬਲਕਿ ਸਰਕਾਰਾਂ ਨੂੰ ਹਰ ਮੰਚ ਤੇ ਘੇਰਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇੱਕ ਉੱਚ ਪੱਧਰੀ ਜਾਂਚ ਦੀ ਗੱਲ ਵੀ ਕੀਤੀ ਜਾ ਰਹੀ ਹੈ। ਕਲੀਅਰਲੀ ਮੈਂਬਰ ਪਾਰਲੀਮੈਂਟ ਜਿਹੜੇ NDP ਦੇ ਹੈਗੇ ਨੇ, ਉਹਨਾਂ ਨੇ ਕਹਿ ਤਾ ਕਿ ਇਹਨਾਂ ਨੂੰ PR ਸਟੇਟਸ ਦਿਓ, ਇਹਨਾਂ ਦੇ ਲਈ ਇੱਕ ਵੱਖਰਾ ਪਾਥਵੇ ਖੋਲ੍ਹੋ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾਓ। ਇੱਕ ਗੱਲ ਇਹ ਵੀ ਉੱਠਦੀ ਪਈ ਹੈ ਕਿ ਜੇ ਇਹ ਸਟੂਡੈਂਟਸ ਦੋਸ਼ੀ ਨੇ ਤਾਂ ਫਿਰ ਕੈਨੇਡਾ ਦੀ IRCC ਦੇ ਉਹ ਅਧਿਕਾਰੀ ਜਿਨ੍ਹਾਂ ਨੇ ਉਹਨਾਂ ਵਕਤਾਂ ਦੇ ਵਿੱਚ ਇਹਨਾਂ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਦਿੱਤੇ ਉਸ ਫੇਕ ਐਡਮਿਸ਼ਨ ਦੇ ਬੇਸ ਉੱਤੇ, ਉਹ ਵੀ ਦੋਸ਼ੀ ਨੇ। CBSE ਦੇ ਅਧਿਕਾਰੀ, ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਉਹ ਅਧਿਕਾਰੀ ਵੀ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਦੀ ਐਂਟਰੀ ਕਰਵਾਈ। ਉਹਨਾਂ ਦੀ ਸਟੈਂਪ, ਉਹਨਾਂ ਦੀ ਸੀਲ ਦੇ ਤਹਿਤ ਹੀ ਇਹ ਲੋਕ ਸਟੂਡੈਂਟ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਏ। ਸੋ ਜੇ ਤੁਹਾਨੂੰ ਸਿਰਫ ਸਟੂਡੈਂਟਸ ਦੀਆਂ ਮੋਟੀਆਂ ਫੀਸਾਂ ਵਸੂਲਣ ਦੇ ਪੱਖੋਂ ਉਹਨਾਂ ਦੀ ਕੈਨੇਡਾ ਦੇ ਵਿੱਚ ਉਪਸਥਿਤੀ ਪਸੰਦ ਹੈ, ਲੇਕਿਨ ਪਰਮਾਨੈਂਟ ਰੈਜ਼ੀਡੈਂਸ ਦੇ ਰੂਪ ਵਿੱਚ ਤੁਸੀਂ ਉਹਨਾਂ ਹੀ ਸਟੂਡੈਂਟਸ ਨੂੰ ਝੱਲਣ ਨੂੰ ਤਿਆਰ ਨਹੀਂ ਹੋ, ਤਾਂ ਫਿਰ ਇਹ ਕੈਨੇਡੀਅਨ ਸਿਸਟਮ ਦੀ, ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੀ, ਕੈਨੇਡਾ ਦੀ ਸਰਕਾਰ ਦੀ, ਇੱਥੋਂ ਦੀ ਵਿਵਸਥਾ ਦੀ ਇੱਕ ਬਹੁਤ ਵੱਡੀ ਨਾਕਾਮੀ ਵੀ ਹੈ ਤੇ ਉਸ ਦਾ ਇੱਕ ਬਹੁਤ ਵੱਡਾ ਧੱਕਾ, ਨਾਇਨਸਾਫੀ ਵੀ ਹੈ। ਇਸੇ ਨੋਟ ਦੇ ਉੱਤੇ ਕਿ ਕੈਨੇਡਾ ਦੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਦੇ ਇਹਨਾਂ ਸਟੂਡੈਂਟਸ ਦੇ ਹੱਕ ਵਿੱਚ ਉਤਰਨ ਤੇ ਨਿਤਰਨ ਦਾ ਸਦਕਾ ਅਸੀਂ ਆਸ ਕਰ ਰਹੇ ਹਾਂ ਕਿ ਇੱਥੋਂ ਦੀ ਪਾਰਲੀਮੈਂਟ, ਇੱਥੋਂ ਦੀ ਹਾਊਸ ਆਫ ਕਾਮਨਸ ਦੀਆਂ ਕਮੇਟੀਆਂ ਦੇ ਵਿੱਚ ਹੁਣ ਸਰਕਾਰ ਦੇ ਉੱਤੇ ਜਿਹੜਾ ਦਬਾਅ ਬਣਿਆ ਹੈ, ਉਸ ਤੋਂ ਸਰਕਾਰ ਨੂੰ ਇੱਕ ਵੱਖਰਾ ਮਨੁੱਖੀ ਰੁਖ ਲੈਣਾ ਪਏਗਾ। ਇਹਨਾਂ ਸਟੂਡੈਂਟਸ ਦੀ ਇਮਦਾਦ ਜਾਂ ਫਿਰ ਇਹਨਾਂ ਲਈ ਕੋਈ ਆਲਟਰਨੇਟਿਵ ਪਾਥਵੇ ਕ੍ਰੀਏਟ ਕਰਕੇ ਇਹਨਾਂ ਦੀ ਡੀਪੋਰਟੇਸ਼ਨ ਨੂੰ ਰੋਕਣਾ ਪਏਗਾ। ਇਸ ਚੀਜ਼ ਦੀ ਸਥਿਤੀ ਤੇ ਇਸ ਚੀਜ਼ ਦੀ ਸੰਭਾਵਨਾ ਅੱਜ ਹੋਰ ਮਜ਼ਬੂਤ ਹੋ ਚੁੱਕੀ ਹੈ। ਸੋ ਜਿਹੜੇ ਵੀ ਮੈਂਬਰ ਪਾਰਲੀਮੈਂਟੇਰੀਅਨਸ ਹੈਗੇ ਨੇ ਜੋ ਕਿ ਇਹਨਾਂ ਸਟੂਡੈਂਟਸ ਦੇ ਹੱਕ ਵਿੱਚ ਖੜੇ ਨੇ, ਉਹ ਇੱਕ ਅਣਮਨੁੱਖੀ ਜਿਹੜਾ ਵਤੀਰਾ ਰਿਹਾ ਅਜੇ ਤੱਕ ਕੈਨੇਡੀਅਨ ਸਰਕਾਰ ਦਾ, ਏਜੰਸੀਆਂ ਦਾ ਇਹਨਾਂ ਸਟੂਡੈਂਟਸ ਨੂੰ ਵਾਪਸ ਡਿਪੋਰਟ ਕਰਨ ਦੇ ਨਿਰਦੇਸ਼ ਸੁਣਾਉਣ ਦੇ ਪੱਖੋਂ ਉਸ ਦੀ ਮੁਖਾਲਫਤ ਜੰਮ ਕੇ ਹੋ ਰਹੀ ਹੈ। ਆਉਣ ਵਾਲੇ ਸਾਲ ਕੈਨੇਡਾ ਦੇ ਫੈਡਰਲ ਚੋਣਾਂ ਦੇ 20 ਸਾਲ ਹੈਗੇ ਨੇ। ਸੋ ਇਸ ਸਿਆਸੀ ਦਬਾਅ ਦੇ ਚੱਲਦੇ, ਇਸ ਸਿਆਸੀ ਪ੍ਰਭਾਵ ਦੇ ਚੱਲਦੇ ਕਾਫੀ ਹੱਦ ਤੱਕ ਫੈਡਰਲ ਸਰਕਾਰ ਇਹ ਚੀਜ਼
ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਉਹਨਾਂ ਲਈ ਇੱਕ ਨਾਗਵਾਰਾ ਸਥਿਤੀ ਹੋਏਗੀ ਜੇ ਉਹ ਇਹਨਾਂ ਡਿਪੋਰਟੇਸ਼ਨਸ ਦੇ ਆਰਡਰਸ ਦੇ ਨਾਲ ਅੱਗੇ ਵਧਦੇ ਹੈਗੇ ਨੇ, ਯਾਨੀ ਕਿ ਸਟੂਡੈਂਟਸ ਨੂੰ ਵਾਪਸ ਪੰਜਾਬ ਭੇਜਦੇ ਨੇ। ਸੋ ਇਸ ਵਕਤ ਇੱਕ ਲੰਮੀ ਚੌੜੀ ਚਾਰਾਜ਼ੋਈ ਸ਼ੁਰੂ ਹੋ ਚੁੱਕੀ ਹੈ। ਵੀ ਐਕਸਪੈਕਟ ਦ ਬੈਸਟ ਫॉर ਦੀ ਸਟੂਡੈਂਟਸ। ਇਹਨਾਂ ਸਟੂਡੈਂਟਸ ਨੇ ਆਪਣੀ ਜ਼ਿੰਦਗੀ ਦੇ ਪ੍ਰਾਈਮ ਦੇ ਜਵਾਨੀ ਦੇ 5-6 ਸਾਲ ਕੈਨੇਡਾ ਦੀ ਧਰਤੀ ਨੂੰ ਦਿੱਤੇ ਨੇ। ਇੱਥੇ ਨਾ ਸਿਰਫ ਉਹ ਵਸਣਾ ਚਾਹੁੰਦੇ ਨੇ ਬਲਕਿ ਇੱਥੋਂ ਦੀ ਵਰਕਫੋਰਸ ਦਾ ਉਹ ਹਿੱਸਾ ਆਲਰੇਡੀ ਹੁਣ ਬਣ ਚੁੱਕੇ ਨੇ। ਸਿਰਫ PR ਦੇ ਮੌਕੇ ਦੇ ਉੱਤੇ ਉਹਨਾਂ ਦੇ ਸਾਹਮਣੇ ਇਹ ਅੜਿੱਕੇ ਖੜੇ ਹੋਏ ਨੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਦੌਰਾਨ ਜ਼ਿਆਦਾਤਰ ਸਟੂਡੈਂਟਸ ਉਸ ਡਿਪੋਰਟੇਸ਼ਨ ਦਾ ਸਾਹਮਣਾ ਨਾ ਕਰਨ। ਇਸ ਬਾਰੇ ਜਿਹੜੀ ਵੀ ਹੋਰ ਅਪਡੇਟਸ ਹੋਣਗੀਆਂ ਪੰਜਾਬੀ ਲਿੰਕ ਉੱਤੇ ਅਸੀਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਸੋ ਪੰਜਾਬੀ ਲਿੰਕ ਦੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨਾ ਹੈ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ YouTube ਦਾ ਜਿਹੜਾ ਪੰਜਾਬੀ ਲਿੰਕ ਦਾ ਚੈਨਲ ਹੈ। ਬਹੁਤ ਬਹੁਤ ਧੰਨਵਾਦ। ਛੇਤੀ ਹੀ ਇੱਕ ਹੋਰ ਰਿਪੋਰਟ ਲੈ ਕੇ ਫਿਰ ਤੁਹਾਡੀ ਨਜ਼ਰ ਕਰਾਂਗੇ। ਤਦ ਤੱਕ ਲਈ ਆਪਣਾ ਧਿਆਨ ਰੱਖੋ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ।